ਆਪਾਂ ਲਾਸਟ ਲੈਕਚਰ ਵਿੱਚ ਵੇਖਿਆ ਸੀ ਕੁਝ ਰੈਫਰੈਂਸਿਸ ਟੂਲਸ ਦਾ ਮੀਨਿੰਗ ਕੀ ਹੁੰਦਾ ਹੈ ਤੇ ਕੁਝ ਰੈਫਰੈਂਸਿਸ ਟੂਲਸ ਦੀ ਤੁਲਨਾ ਕੀਤੀ ਸੀਗੀ ਕਿਹੜਾ ਰੈਫਰੈਂਸ ਟੂਲ ਸਾਡੇ ਲਈ ਬੈਸਟ ਹੈਗਾ, ਕਿਸ ਤਰੀਕੇ ਨਾਲ ਆਪਾਂ ਉਹਨੂੰ ਦੇਖ ਸਕਦੇ ਹਾਂ। ਮੈਂ ਇੱਥੇ ਕੁਝ ਉਦਾਹਰਣ ਦਿੱਤੇ ਹੈਗੇ, ਕੁਝ ਐਗਜ਼ਾਮਪਲਸ ਦਿੱਤੇ ਹੈਗੇ ਕਿ ਕਿਹੜੇ ਕਿਹੜੇ ਪ੍ਰਕਾਰ ਦੇ ਰੈਫਰੈਂਸਿਸ ਟੂਲਸ ਸਾਨੂੰ ਆਨਲਾਈਨ ਅਵੇਲੇਬਲ ਹੈਗੇ। ਇਹ ਸਾਰੇ ਫ੍ਰੀ ਸੌਫਟਵੇਅਰਸ ਹੈਗੇ ਤੇ ਆਪਾਂ ਉਹਨੂੰ ਇੰਸਟਾਲ ਕਰ ਆਪਾਂ ਉਹਦਾ ਯੂਜ਼ ਕਰ ਸਕਦੇ ਹਾਂ, ਉਹਦਾ ਉਪਯੋਗ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜ਼ੋਟੈਰੋ ਹੈ, ਇਹਦਾ ਹੋਮ ਪੇਜ ਇਸ ਤਰੀਕੇ ਨਾਲ ਇਸ ਤਰੀਕੇ ਜਿਹਾ ਦਿਖਦਾ ਹੈ। ਇਹ ਹੈਗਾ ਵਿੰਡੋਜ਼ ਦੇ ਤੇ ਆਪਾਂ ਇੱਕ ਦੂਜੀ ਚੀਜ਼ ਹੁੰਦੀ ਹੈ ਕਨੈਕਟਰ। ਸਾਨੂੰ ਜਦੋਂ ਵੀ ਆਪਾਂ ਕਨੈਕਟ ਉਹਦਾ ਸਾਈਟ ਕਰਨ ਲਈ ਜਦੋਂ ਆਪਾਂ ਯੂਜ਼ ਕਰਨਾ ਹੈਗਾ ਤਾਂ ਸਾਨੂੰ ਇਹ ਵੀ ਇੰਸਟਾਲ ਕਰਨਾ ਪਏਗਾ, ਇੰਸਟਾਲ ਕਰੋਮ ਕਨੈਕਟਰ। ਇਹਦਾ ਫਾਇਦਾ ਇਹ ਹੈਗਾ ਕਿ ਜਦੋਂ ਵੀ ਆਪਾਂ ਸਾਈਟ ਕਰਦੇ ਹਾਂ, ਰੈਫਰੈਂਸਿਸ ਦਿੰਦੇ ਹਾਂ ਤਾਂ ਉਹ ਡਾਇਰੈਕਟ ਲਿੰਕ ਆ ਜਾਂਦਾ ਉੱਥੇ। ਇਸ ਤਰੀਕੇ ਸੇ ਤੁਸੀਂ ਸਾਈਟ ਕਰ ਸਕਦੇ ਹੋ। ਜ਼ੋਟੈਰੋ ਜੋ ਹੈਗਾ ਇਹ ਫ੍ਰੀ ਸੌਫਟਵੇਅਰ ਹੈਗਾ, ਇਸ ਤਰੀਕੇ ਦਾ ਇਹਦਾ ਲੋਗੋ ਹੈ ਤੇ ਫ੍ਰੀ ਸੌਫਟਵੇਅਰ ਹੈ। ਆਪਾਂ ਬੁੱਕਸ, ਆਰਟੀਕਲਸ ਤੇ ਜਰਨਲ ਪੇਜਸ, PDFs ਇਹ ਸਾਰੇ ਆਪਾਂ ਐਡ ਕਰ ਸਕਦੇ ਆ ਲਾਈਬ੍ਰੇਰੀ ਵਿੱਚ। ਜ਼ੋਟੈਰੋ ਜਿੱਦਾਂ ਮੈਂ ਕਿਹਾ ਕਿ ਇਸ ਜਿੰਨੇ ਵੀ ਸੌਫਟਵੇਅਰ ਹੈਗੇ, ਰੈਫਰੈਂਸਿਸ ਟੂਲਸ ਹੈਗੇ, ਉਹਦੇ ਵਿੱਚ ਆਪਣੀ ਇੱਕ ਲਾਈਬ੍ਰੇਰੀ ਹੁੰਦੀ ਹੈ। ਉੱਥੇ ਆਪਾਂ ਇੰਸਟਾਲ ਕਰ ਸਕਦੇ ਹਾਂ, ਡਿਫਰੈਂਟ ਰਿਸਰਚ ਪੇਪਰ ਸੇਵ ਕਰ ਸਕਦੇ ਹਾਂ ਆਪਾਂ, ਅਤੇ ਫਿਰ ਆਪਾਂ ਉਹਨੂੰ ਰੀਡ ਕਰਕੇ ਸਾਈਟ ਵੀ ਕਰ ਸਕਦੇ ਹਾਂ। ਆਪਾਂ ਅੱਗੇ ਵੇਖਾਂਗੇ ਕਿ ਆਪਾਂ ਕਿਸ ਤਰ੍ਹਾਂ ਉਸ ਚੀਜ਼ ਨੂੰ ਕਰ ਸਕਦੇ ਹਾਂ, ਆਪਾਂ ਹੈਂਡਸ ਔਨ ਕਰਾਂਗੇ। ਅਤੇ ਦੂਜਾ ਸੌਫਟਵੇਅਰ ਮੈਂਡਲੇ ਹੈ, ਇਜ਼ ਅ ਫ੍ਰੀ ਰੈਫਰੈਂਸਿੰਗ ਮੈਨੇਜਰ ਐਂਡ ਸੋਸ਼ਲ ਨੈਟਵਰਕ। ਮੈਂਡਲੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਜਿੱਦਾਂ ਲਿੰਕਡਇਨ ਹੁੰਦਾ ਹੈ, ਆਪਾਂ ਉਹਦੇ ਵਿੱਚ ਸੋਸ਼ਲ ਨੈਟਵਰਕ ਵੀ ਇਸਟੈਬਲਿਸ਼ ਕਰ ਸਕਦੇ ਹਾਂ। ਰਿਸਰਚ ਗੇਟ ਵੀ ਜਿੱਦਾਂ ਹੁੰਦਾ ਹੈ ਕਿ ਮੇਰੇ ਟੌਪਿਕ ਉੱਤੇ ਦੂਜੇ ਕਿਹੜੇ ਆਥਰਸ ਨੇ ਕਿਸ ਟਾਈਪ ਦੀ ਰਿਸਰਚ ਕੀਤੀ ਹੈਗੀ, ਕਿਹੜੇ ਕਿਹੜੇ ਰਿਸਰਚ ਪੇਪਰ ਅਵੇਲੇਬਲ ਹੈਗੇ, ਉਹ ਸਾਰੀ ਚੀਜ਼ਾਂ ਵੀ ਆਪਾਂ ਇੱਥੇ ਵੇਖ ਸਕਦੇ ਹਾਂ। ਆਪਾਂ ਇੰਪੋਰਟ ਕਰ ਸਕਦੇ ਹਾਂ ਡਿਫਰੈਂਟ ਡਾਕੂਮੈਂਟਸ ਜਾਂ ਡਿਫਰੈਂਟ ਆਰਟੀਕਲਸ ਹੈਗੇ, ਉਹ ਵੀ ਆਪਾਂ ਇੰਪੋਰਟ ਕਰ ਸਕਦੇ ਹਾਂ। ਇੱਕ ਹੁੰਦਾ ਐਡ-ਇਨਸ। ਜਦੋਂ ਮੈਂ ਮੈਂਡਲੇ ਇੰਸਟਾਲ ਕਰਦੀ ਹਾਂ ਤਾਂ ਮੈਨੂੰ ਵਰਡ ਉੱਤੇ ਜਾ ਕੇ ਉਹਨੂੰ ਐਡ-ਇਨਸ 'ਤੇ ਇੰਸਟਾਲ ਕਰਨਾ ਪੈਂਦਾ ਹੈ। ਉਹਦਾ ਫਾਇਦਾ ਇਹ ਹੈਗਾ ਕਿ ਆਪਾਂ ਜਦੋਂ ਵੀ ਮੈਂ ਕੋਈ ਵੀ ਚੀਜ਼ ਮੈਂਡਲੇ ਦੇ ਕਿਸੇ ਪੇਪਰ ਉੱਤੇ ਲਿੱਤੀ ਹੈ ਤਾਂ ਮੈਂ ਡਾਇਰੈਕਟਲੀ ਉਹਨੂੰ ਸਾਈਟ ਕਰ ਸਕਦੀ ਹਾਂ ਜੇ ਮੇਰੇ ਕੋਲ ਐਡ-ਇਨਸ ਮੈਂ ਇੰਸਟਾਲ ਕੀਤਾ ਹੋਏਗਾ। ਇਸੇ ਤਰੀਕੇ ਨਾਲ ਆਪਾਂ ਜ਼ੋਟੈਰੋ ਜੇ ਹੁੰਦਾ ਹੈ, ਜ਼ੋਟੈਰੋ ਗੂਗਲ ਡਾਕ ਨੂੰ ਸਪੋਰਟ ਕਰਦਾ ਹੈ, ਤਾਂ ਆਪਾਂ ਗੂਗਲ ਡਾਕ ਉੱਤੇ ਵੀ ਜਦੋਂ ਕੋਈ ਵੀ ਰਿਸਰਚ ਪੇਪਰ ਲਿਖਦੇ ਹਾਂ ਤਾਂ ਆਪਾਂ ਜੇ ਆਪਾਂ ਜ਼ੋਟੈਰੋ ਐਡ-ਇਨਸ ਉੱਤੇ ਕੀਤਾ ਹੋਏ ਤਾਂ ਆਪਾਂ ਉਹਨੂੰ ਵੀ ਸਾਈਟ ਕਰ ਸਕਦੇ ਹਾਂ ਈਜ਼ੀਲੀ। ਅਤੇ ਆਪਾਂ ਕਨੈਕਟ ਕਰਨਾ ਚਾਹੀਦਾ ਹੁੰਦਾ ਹੈ, ਸਭ ਤੋਂ ਪਹਿਲਾਂ ਉਹ ਸਾਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ। MS ਵਰਡ ਵਿੱਚ ਆਪਾਂ ਮੈਂਡਲੇ ਕਰ ਸਕਦੇ ਹਾਂ, ਤਾਂ ਗੂਗਲ ਡਾਕ ਵਿੱਚ ਉੱਤੇ ਆਪਾਂ ਜ਼ੋਟੈਰੋ ਯੂਜ਼ ਕਰ ਸਕਦੇ ਹਾਂ। ਮੈਂਡਲੇ ਕਈ ਵਾਰ ਇੱਦਾਂ ਹੁੰਦਾ ਹੈ ਉਹ ਗੂਗਲ ਡਾਕ ਨੂੰ ਸਪੋਰਟ ਨਹੀਂ ਕਰਦਾ ਹੈ, ਅਤੇ ਆਪਾਂ ਜਦੋਂ ਵੀ ਗੂਗਲ ਡਾਕ ਯੂਜ਼ ਕਰਦੇ ਹਾਂ ਕੋਈ ਵੀ ਰਿਸਰਚ ਪੇਪਰ ਲਿਖਣ ਲਈ ਤਾਂ ਸਾਨੂੰ ਜ਼ੋਟੈਰੋ ਯੂਜ਼ ਕਰਨਾ ਚਾਹੀਦਾ ਹੈ, ਐਡ-ਇਨਸ। ਅਤੇ ਜਦੋਂ ਆਪਾਂ ਮਾਈਕਰੋਸੋਫਟ ਵਰਡ ਯੂਜ਼ ਕਰ ਰਹੇ ਤਾਂ ਆਪਾਂ ਮੈਂਡਲੇ ਯੂਜ਼ ਕਰ ਸਕਦੇ ਹਾਂ। ਮੈਂਡਲੇ ਜੋ ਹੈਗਾ ਉਹ ਵਰਡ ਨੂੰ ਸਪੋਰਟ ਕਰਦਾ ਹੈ। ਅਤੇ ਤੀਜਾ ਐਂਡਨੋਟ ਵੀ ਹੁੰਦਾ ਹੈ। ਐਂਡਨੋਟ ਦੀ ਜੇ ਰੈਫਰੈਂਸਿਸ ਹੈ ਆਪਾਂ ਪਬਮੈਡਸ, ਵੈਬ ਆਫ ਸਾਇੰਸ, ਲਾਈਬ੍ਰੇਰੀ ਆਫ ਕਾਂਗਰਸ, ਬਹੁਤ ਵੱਡੇ ਡੇਟਾਬੇਸਿਸ ਹੈਗੇ, ਉੱਥੇ ਆਪਾਂ ਰਿਸਰਚ ਪੇਪਰ ਡਾਊਨਲੋਡ ਕਰ ਸਕਦੇ ਹਾਂ, ਡਾਇਰੈਕਟਲੀ ਇੰਪੋਰਟ ਵੀ ਆਪਾਂ ਕਰ ਸਕਦੇ ਹਾਂ। ਐਂਡਨੋਟ ਜੇ ਹੈਗਾ ਇਹ ਕਈ ਵਾਰੀ ਪੇਡ ਵੀ ਹੁੰਦਾ ਹੈ, ਕੁਝ ਸਰਵਿਸਿਜ਼ ਜੋ ਹੁੰਦੀ ਹੈ ਉਹ ਫ੍ਰੀ ਵੀ ਮਿਲ ਸਕਦੀ ਹੈ, ਪਰ ਮੋਸਟ ਆਫ ਦਾ ਟਾਈਮ ਇਹ ਸਟੂਡੈਂਟ ਲਈ ਅਤੇ ਸਾਨੂੰ ਲਾਇਸੈਂਸ ਲੈਣਾ ਪੈਂਦਾ ਹੈ, ਅਤੇ ਇਹ ਪੇਡ ਸਰਵਿਸ ਵੀ ਹੁੰਦੀ ਹੈ ਇਹਦੇ ਵਿੱਚ। ਫਿਰ ਹੁੰਦਾ ਹੈ ਪ੍ਰੋਕੁਐਸਟ, ਇੱਕ ਦੂਜਾ ਇਹ ਰੈਫਰੈਂਸਿੰਗ ਟੂਲ ਦਾ ਸੌਫਟਵੇਅਰ ਹੈਗਾ। ਪ੍ਰੋਕੁਐਸਟ ਦਾ ਰੈਫ ਵਰਕ ਜਿੱਦਾਂ ਰਾਈਟ ਐਂਡ ਸਾਈਟ ਮਾਈਕਰੋਸੋਫਟ ਐਡ-ਇਨਸ ਹੁੰਦਾ ਇੱਥੇ। ਆਪਾਂ ਇਹ ਮਾਈਕਰੋਸੋਫਟ ਦਾ ਹੈਗਾ, ਇਸ ਨੂੰ ਆਪਾਂ ਡਾਊਨਲੋਡ ਕਰਕੇ ਆਪਾਂ ਔਨਲਾਈਨ ਡੇਟਾਬੇਸ ਬਣਾ ਕੇ ਉਹਨੂੰ ਰੈਫਰੈਂਸਿਸ ਕਰ ਸਕਦੇ ਹਾਂ। ਇਹ ਬਹੁਤ ਸਿਮਿਲਰ ਟੂ ਐਂਡਨੋਟ ਹੈਗਾ, ਅਤੇ ਇਹ ਵੀ ਔਨਲਾਈਨ ਅਵੇਲੇਬਲ ਹੈਗਾ, ਆਪਾਂ ਡਾਊਨਲੋਡ ਕਰਕੇ ਬਿਬਲੀਓਗ੍ਰਾਫੀ ਬਣਾ ਸਕਦੇ ਹਾਂ ਈਜ਼ੀਲੀ। ਫਿਰ ਹੈ ਸਟਾਵੀ ਇੱਕ ਅਗੇਨ ਇੱਕ ਰੈਫਰੈਂਸ ਟੂਲ ਹੈਗਾ। ਇਹ
बहुत सारे सानू अवेलेबल है रेफरेंस टूल ऑनलाइन, तुसी ਉਹਦਾ यूज़ करके तुसी डिफरेंटली एक नू यूज़ करके देख सकते हो कि ਕਿਹੜਾ रेफरेंस टूल ਤੁਹਾਨੂੰ सूट करता है, ਤੁਹਾਨੂੰ ईजी लगता है, यूज़र फ्रेंडली लगता है। उस तरीके नाल तुसी वन बाय वन ਉਹਦਾ एक्सपीरियंस कर सकते हो तो तुसी चूज़ कर सकते हो कि ਕਿਹੜਾ सॉफ्टवेयर ਤੁਹਾਨੂੰ सब तो यूज़र फ्रेंडली लगा कि तुसी ਕਿਹੜਾ सॉफ्टवेयर यूज़ कर सकते हो। ਇਹਦੇ ਵਿੱਚ ਵੀ ਸਾਰੇ फीचर्स हैंगे, कुछ फीचर्स होंगे हैं जिदा सारे रेफरेंस टूल में अवेलेबल है, डाउनलोड, डेटाबेसिस, साइटेशन, डायरैक्टली एड इन्स टू वर्ड होंदा है जिदा वर्ड विच फाइल विच आपां काम कर सकते हैं। ये सारे फीचर्स होंगे हैं जिदा सेटअप विच तुसी ड्रैग एंड ड्रॉप कर सकते हो। कोई भी तुहाडे कोल रिसर्च पेपर हैगा तुसी उत्थे ड्रैग करो, खिंच के उत्थे ड्रॉप कर दो तो तुहाडा वो आपे ऐड हो जाएगा लाइब्रेरी विच। तो तुसी जदों भी वो रिसर्च पेपर पढ़ना चाहते हो तो तुसी उत्थे रीड कर सकते हो डायरैक्टली सिटावी तो जाकर। इसी तरीके नाल होंदा एक पेपर पाइल जो गूगल डॉक का एड ऑन है उत्थे जदों भी जिन्होंने भी गूगल डॉक कंफर्टेबल लगता है तुसी पेपर पाइल का यूज़ कर सकते हो। डायरैक्टली गूगल ड्राइव उत्ते भी स्टोर करता है तो आप वो भी सानू टेंशन नहीं होगा कि आप कई बार इदा होंदा है कि आप बहुत सारा काम करें तो सेव नहीं होंदा, डिस्क उड़ जाती है। तो जो साडा काम ऑनलाइन सेव होंदा है, गूगल ड्राइव उत्ते सेव होंदा है तो वो लूज होने का जिदा आप कह सकते हैं कि अनसेव्ड जो चीज़ होंदी है वो लूज होने का खतरा नहीं रहता। तो आप गूगल डॉक का यूज़ करते हैं। तो गूगल डॉक आप सानू एड ऑन मिलूगा पेपर पाइल और तुसी डायरैक्टली भी इस्तेमाल कर सकते हो। तो गूगल ड्राइव उत्ते ऑटोमैटिकली स्टोर होंदा है। तो ये भी एक प्रकार का रेफरेंस टूल हैगा। लेटेक्स एक तरीका होंदा है थीसिस लिखण दे स्टाइल होंदे हैं अलग अलग, तुसी यूज़ कर सकते हो सॉफ्टवेयर। तो एक सॉफ्टवेयर लेटेक्स भी हैगा। तो जो भी तुसी लेटेक्स यूज़ करना हो तो तुसी जैबरेफ का रेफरेंस टूल का इस्तेमाल करना पवेगा। तो ये बिबलियोग्राफी आपे जनरेट कर सकता है तो साइटेशन भी कर सकता है। ये जो .bib फाइल होंदी है जिहदे थल्ले लिखा है बिब टेक्स्ट फॉर्मेट जिदा होंदा है तो ये भी सपोर्ट करता है। ऐड बिब रिसोर्स करके तुसी उन्होंने नवी फाइल उत्ते ऐड कर सकते हो। तो साइट कमांड यूज़ करके तुसी साइट कर सकते हो। आप हैंड्स ऑन करांगे तो तुहानू जब ज़्यादा समझ में आऊगा कि किस तरीके नाल आपां उदों उन्होंने साइट कर सकते हैं। फिर होंदा है पेपर्स जिदा पेपर 3 करके उहदा लोगो हैगा। ये भी एक प्रकार का साइटेशन टूल हैगा जो विंडोज़ अते मैक जे OS हैगा उत्ते उहदे भी यह सपोर्ट करता है, एक्सैसिबल होंदा है। ये तुसी एनोट करन दे साथ रैंकिंग भी कर सकते हो। जो केड़ा रिसर्च पेपर तुहानू सब तो वधिया लगता है, सब तो यूजफुल हैगा वो तुसी रैंक कर सकते हो। तो उसका फायदा ये है कि तुसी उन्होंने रीड करने लई सारे रिसर्च पेपर ओपन करने की जरूरत नहीं आएगी। तुसी रैंकिंग वाइज जा सकते हो तो कलर कोडिंग भी कर सकते हो। जिदा कहते हैं ना ऑनलाइन कोडिंग जिदा होंदी है वो भी कलर कोडिंग तुसी कर सकते हो। तो साडे तुहाडे कलीग नाल भी तुसी डायरैक्टली पेपर ऑनलाइन वैब इंटरफेस यूज़ करके शेयर कर सकते हो। डॉसियर एक दूजा सॉफ्टवेयर है, लिटरेचर सूट इनू कहते हैं। ये डॉसियर सानू रिसर्च पेपर लभण लई भी हेल्प करता है। जोड़ा मेरा एक रिसर्च टॉपिक है XYZ, हुण उहदे रिसर्च टॉपिक उत्ते लिटरेचर सर्च करना सब तो आप कह सकते हैं टफ चीज़ हैगी और कभी भी सौखी नहीं है, बहुत औखी चीज़ है। जो तुसी बहुत रेलेवेंट लिटरेचर रिसर्च पेपर उहदे वास्ते खोज करनी पैंदी है जदों। तो लिनक्स मैक अते मैक विंडोज़ उत्ते यूज़ करन लई डॉसियर टूल एक हैगा जो तुसी यूज़ कर सकते हो। यूज़र फ्रेंडली ग्राफिकल इंटरफेस वाला टूल हैगा जो यूज़ करन लई भी सौखा है। तो एक चीज़ होंदी है कि जदों भी तेनू रिसर्च कोई करनी है, तेनू कोई भी आपां डिजर्टेशन लिखना है, थीसिस लिखना है, रिसर्च पेपर, सब तो पहला आपका फर्स्ट स्टैप की होंदा है जदों भी सारा टाइटल फाइनलाइज होंदा उस तो पहला भी सारा जे आइडिया सानू कोई चाहिदा तो आप सब तो पहला रिसर्च पेपर सर्च करते हैं। रिसर्च पेपर दी नू सर्च करन लई इन्ने सारे
ਸੌਫਟਵੇਅਰਸ ਅਵੇਲੇਬਲ ਹੈ ਤੇ ਇਹ ਕੁਝ ਸੌਫਟਵੇਅਰ ਇਹਦੇ ਹੁੰਦੇ ਜਿੱਦਾਂ ਉਹ ਤੈਨੂੰ ਗਾਈਡ ਕਰੋਗੇ ਕਿ ਤੁਹਾਡਾ ਟੌਪਿਕ ਕੀ ਹੈਗਾ ਤੇ ਉਹਦੇ ਲਈ ਇਹ ਰਿਸਰਚ ਪੇਪਰ ਅਵੇਲੇਬਲ ਹੈ, ਉਹ ਸਾਨੂੰ ਮੇਲ ਕਰ ਸਕਦਾ, ਉਹ ਸਾਨੂੰ ਪੁੱਛ ਸਕਦਾ ਹੈ। ਇਸ ਤਰੀਕੇ ਨਾਲ ਫਿਰ ਤੁਹਾਨੂੰ ਲਿਟਰੇਚਰ ਸਰਚ ਕਰਨ ਵਾਸਤੇ ਇੱਕ ਜਿਹੜਾ ਕਹਿੰਦੇ ਆ ਉਹ ਥੋੜ੍ਹੀ ਸੌਖਾ ਹੋ ਜਾਂਦਾ, ਈਜ਼ੀ ਹੋ ਜਾਂਦਾ ਜਦੋਂ ਵੀ ਆਪਾਂ ਇਸ ਪ੍ਰਕਾਰ ਦੇ ਰੈਫਰੈਂਸ ਟੂਲਸ ਨੂੰ ਯੂਜ਼ ਕਰਦੇ ਹਾਂ। ਤਾਂ ਇਹ ਮੈਂ ਕਈ ਸਾਰੇ ਰੈਫਰੈਂਸ ਟੂਲਸ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਹੈਗਾ ਅਤੇ ਤੁਸੀਂ 1 ਬਾਏ 1 ਡਾਊਨਲੋਡ ਕਰਕੇ ਤੁਹਾਡੇ ਸਿਸਟਮ ਵਿੱਚ ਤੁਸੀਂ ਵੇਖ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ ਅਤੇ ਟਰਾਈ ਕਰ ਸਕਦੇ ਹੋ ਕਿ ਕਿਹੜਾ ਸੌਫਟਵੇਅਰ ਤੁਹਾਨੂੰ ਸਭ ਤੋਂ ਵੱਧ ਸੂਟ ਕਰਦਾ ਹੈ, ਤੁਹਾਨੂੰ ਸਭ ਤੋਂ ਈਜ਼ੀ ਲੱਗਦਾ ਹੈ ਕਿ ਯੂਜ਼ਫੁਲ ਲੱਗਦਾ, ਤੁਸੀਂ ਉਹ ਚੂਜ਼ ਕਰ ਦੇਖ ਸਕਦੇ ਹੋ। ਆਪਾਂ ਨੈਕਸਟ ਲੈਕਚਰ ਵਿੱਚ ਹੁਣ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਸਾਰੇ ਸੌਫਟਵੇਅਰ ਨੂੰ ਡਾਊਨਲੋਡ ਕਰਨਾ ਹੈ ਅਤੇ ਫਿਰ ਕਿਸ ਤਰ੍ਹਾਂ ਉਹਨੂੰ ਯੂਜ਼ ਕਰ ਸਕਦੇ ਹਾਂ, ਉਹ ਆਪਾਂ ਨੈਕਸਟ ਲੈਕਚਰ 'ਚ ਵੇਖਾਂਗੇ। ਥੈਂਕ ਯੂ।